कैथोलिक कलीसिया की मसीही तालीम क्या है, जानेंगे इनको और भी करीब से। हमारा खास कार्यक्रम कैटेकिज्म ऑफ द कैथोलिक चर्च में। जय यीशु की आवसी प्रार्थना करिए। प्यारे प्रभु जी, ਅਸੀਂ ਤੇਰਾ ਧੰਨਵਾਦ ਤੇ ਸ਼ੁਕਰ ਕਰਦੇ ਹਾਂ, ਤੇਰੀ ਵਡਿਆਈ ਤੇ ਮਹਿਮਾ ਕਰਦੇ ਹਾਂ। ਪਿਆਰੇ ਖੁਦਾ, ਤੂੰ ਸਾਨੂੰ ਆਪਣੀ ਰੋਸ਼ਨੀ ਦੇ ਤਾਂ ਕਿ ਵਿਸ਼ਵਾਸ ਦੀਆਂ ਗੱਲਾਂ ਜੋ ਰਸੂਲਾਂ ਦੇ ਕਲਮੇ ਦੇ ਰਾਹ ਅਸੀਂ ਘੋਸ਼ਣਾ ਕਰਦੇ ਹਾਂ, ਇਹਨਾਂ ਦੇ ਬਾਰੇ ਜਦੋਂ ਅਸੀਂ ਵਿਚਾਰ ਕਰਦੇ ਹਾਂ, ਪਿਆਰੇ ਖੁਦਾ ਤੂੰ ਆਪਣੀ ਰੋਸ਼ਨੀ ਸਾਨੂੰ ਪ੍ਰਦਾਨ ਕਰ ਤਾਂ ਕਿ ਇਹਨਾਂ ਵਿਸ਼ਵਾਸ ਦੀਆਂ ਭੇਦਾਂ ਨੂੰ ਸਹੀ ਤਰੀਕੇ ਨਾਲ ਅਸੀਂ ਇਹ ਸਮਝ ਸਕੀਏ। ਬੋਲਣ ਵਾਲੇ ਸਹੀ ਬੋਲੇ, ਸੁਣਨ ਵਾਲੇ ਸਹੀ ਸੁਣਨ ਅਤੇ ਸਮਝਣ। ਇਸੇ ਤਰ੍ਹਾਂ ਸਾਡੇ ਮੁਕਤੀ ਦੇ ਲਈ, ਸਾਡੇ ਆਤਮਿਕ ਜੀਵਨ ਦੇ ਲਈ ਇਹ ਲਾਭਦਾਇਕ ਹੋ ਜਾਵੇ। ਅਸੀਂ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਮਸੀਹ 'ਚ ਪਿਆਰਿਓ, ਜੋ ਵਿਸ਼ਵਾਸ ਦੀਆਂ ਗੱਲਾਂ ਹੈ, ਇਹਦੇ ਵਿੱਚ ਖਾਸ ਤੌਰ 'ਤੇ ਮਾਂ ਮਰੀਅਮ ਦੀ ਜੋ ਯੋਗਦਾਨ ਹੈ ਮੁਕਤੀ ਇਸ ਸੰਸਾਰ ਦੇ ਵਿੱਚ ਲਿਆਉਣ ਲਈ, ਜਿਹਦੇ ਰਾਹੀਂ ਅਸੀਂ ਇਹ ਵੀ ਸੋਚਿਆ ਕਿ ਜੋ ਪਾਪ ਆਦਮ ਅਤੇ ਹੱਵਾ ਦੇ ਰਾਹੀਂ ਸਾਰੇ ਸੰਸਾਰ ਦੇ ਲਈ ਆਏ, ਇਸ ਨੂੰ ਮੁਕਤੀ ਦੇ ਵਿੱਚ ਬਦਲਣ ਦੇ ਲਈ ਖੁਦਾ ਨੇ ਇੱਕ ਔਰਤ ਨੂੰ ਤਿਆਰ ਕੀਤੇ ਜੋ ਬੇਗੁਨਾਹੀ ਹਾਲਤ ਵਿੱਚ ਰਹਿ ਕੇ ਖੁਦਾ ਦੀ ਯੋਜਨਾ ਦੇ ਮੁਤਾਬਿਕ ਅਤੇ ਖੁਦਾ ਦੀ ਮਰਜ਼ੀ ਦੇ ਮੁਤਾਬਿਕ ਸਭ ਕੁਝ ਪੂਰਾ ਕੀਤਾ। ਮਾਂ ਮਰੀਅਮ ਹੈ ਅਤੇ ਉਸ ਔਰਤ ਕੋਲੋਂ, ਉਸ ਮਾਂ ਕੋਲੋਂ ਖੁਦਾ ਇਸ ਸੰਸਾਰ ਦੇ ਵਿੱਚ ਜਨਮ ਲਿਆ। ਅਸੀਂ ਰਸੂਲਾਂ ਦੇ ਕਲਮੇ ਵਿੱਚ ਵੇਖਦੇ ਹਾਂ, ਪ੍ਰਭੂ ਯਿਸੂ ਮਸੀਹ ਖੁਦਾ ਦਾ ਪੁੱਤਰ ਕੁਆਰੀ ਮਰੀਅਮ ਤੋਂ ਜਨਮ ਲਿਆ ਅਤੇ ਉਸ ਤੋਂ ਬਾਅਦ ਅਸੀਂ ਸੁਣੇਗਾ ਕਿ ਉਸਨੇ ਦੁੱਖ ਸਹਿਆ ਪੰਤੀਉਸ ਪਿਲਾਤੁਸ ਦੇ ਸਮੇਂ ਦੇ ਵਿੱਚ। ਉਸਨੇ ਮਰ ਗਿਆ, ਜੀ ਉੱਠਿਆ, ਸੁਰਗ ਵਿੱਚ ਚੜ੍ਹ ਗਿਆ, ਬਰਜ਼ਖ ਵਿੱਚ ਉਤਰਿਆ ਅਤੇ ਉੱਥੋਂ ਫਿਰ ਸੁਰਗ ਦੇ ਵਿੱਚ ਚੜ੍ਹ ਗਿਆ, ਖੁਦਾ ਬਾਪ ਦੇ ਸੱਜੇ ਹੱਥ ਵਿਰਾਜਮਾਨ ਹੈ ਅਤੇ ਫਿਰ ਉਹ ਆਵੇਗਾ ਨਿਆਂ ਕਰਨ ਦੇ ਲਈ। ਇਹਨਾਂ ਗੱਲਾਂ ਅਸੀਂ ਯਿਸੂ ਮਸੀਹ ਦੇ ਬਾਰੇ ਸੋਚਦੇ, ਖੁਦਾ ਬਾਪ ਦੇ ਬਾਰੇ, ਸ੍ਰਿਸ਼ਟੀ ਦੀਆਂ ਗੱਲਾਂ ਸੋਚ ਕੇ ਫਿਰ ਯਿਸੂ ਮਸੀਹ ਦੇ ਬਾਰੇ, ਖੁਦਾ ਦਾ ਦੂਸਰਾ ਸ਼ਖਸ ਦੇ ਬਾਰੇ ਅਸੀਂ ਸੋਚਦੇ ਹਾਂ। ਪਰ ਜਿਵੇਂ ਕਿ ਰਸੂਲਾਂ ਦਾ ਕਲਮਾ ਸੰਖੇਪ ਰੂਪ ਦੇ ਵਿੱਚ ਹੈ, ਸਾਨੂੰ ਯਾਦ ਰੱਖਣ ਦੇ ਲਈ ਹੈ, ਵਿਸ਼ਵਾਸ ਦੀ ਹੈ, ਇਹਨਾਂ ਹਰ ਇੱਕ ਦੇ ਵਿੱਚ ਛੁਪਿਆ ਹੋਇਆ ਡੂੰਘੀ ਭੇਦ ਹੈ ਜਿਹਦੇ ਬਾਰੇ ਅਸੀਂ ਸਮਝਣਾ ਹੈ। ਅਤੇ ਅਸੀਂ ਇਹ ਹੁਣ ਸੋਚਣਾ ਹੈ ਕਿ ਪ੍ਰਭੂ ਯਿਸੂ ਮਸੀਹ ਦੀ ਜੋ ਜੀਵਨ ਹੈ, ਯਿਸੂ ਮਸੀਹ ਦੇ ਬਾਰੇ ਜੋ ਕੁਝ ਵੀ ਹੈ, ਇਹ ਸਭ ਇਹ ਵਿਸ਼ਵਾਸ ਦੀ ਭੇਦ ਦੇ ਵਿੱਚ ਹੀ ਹੈ ਅਤੇ ਉਸ ਦੇ ਰਾਹੀਂ ਹੀ ਅਸੀਂ ਇਹਨੂੰ ਸਮਝ ਸਕਦੇ ਹਾਂ। ਅਸੀਂ ਇਸ ਨੂੰ ਸਾਧਾਰਨ ਤੌਰ 'ਤੇ ਨਹੀਂ ਲੈ ਸਕਦਾ। ਪ੍ਰਭੂ ਯਿਸੂ ਮਸੀਹ ਦੇ ਜੋ ਜੀਵਨ ਹੈ, ਕ੍ਰਿਸਮਸ ਅਤੇ ਈਸਟਰ, ਪਰ ਇਹਨਾਂ ਦੇ ਵਿਚਕਾਰ ਜੋ ਕੁਝ ਵੀ ਵਾਪਰਿਆ ਹੈ, ਪੈਦਾਇਸ਼ ਤੋਂ ਲੈ ਕੇ ਸੁਰਗ ਦੇ ਵਿੱਚ ਚੜ੍ਹ ਜਾਣ ਤੱਕ ਜੋ ਕੁਝ ਵੀ ਪ੍ਰਭੂ ਯਿਸੂ ਨੇ ਕੀਤਾ ਹੈ, ਉਹ ਸਭ ਮੁਕਤੀ ਦੀਆਂ ਭੇਦਾਂ ਹੈ। ਉਹਨਾਂ ਦੇ ਰਾਹੀਂ ਅਸੀਂ ਮਸੀਹ ਨੂੰ ਜਾਣਦੇ ਹਾਂ, ਉਹਦੇ ਨਾਲ ਜੁੜ ਜਾਂਦੇ ਹਾਂ ਅਤੇ ਉਹਦੇ ਨਾਲ ਮਰ ਕੇ ਫਿਰ ਜਿੰਦਾ ਹੋਣ ਦੇ ਲਈ ਤਿਆਰ ਹੋ ਜਾਂਦੇ ਹਾਂ। ਇਸੇ ਕਰਕੇ ਪ੍ਰਭੂ ਯਿਸੂ ਮਸੀਹ ਦੇ ਜੋ ਸਾਰਾ ਜੋ ਜੀਵਨ ਹੈ, ਇਹ ਮੁਕਤੀ ਦੀਆਂ ਗੱਲਾਂ ਹੈ। ਇਹਦੇ ਬਾਰੇ ਸਾਨੂੰ ਸਮਝਣਾ ਚਾਹੀਦਾ। ਸਭੀ ਜੋ ਭੇਦਾਂ ਹੈ ਮਸੀਹ ਦੇ ਬਾਰੇ ਜੁੜਿਆ, ਯਿਸੂ ਮਸੀਹ ਦੇ ਨਾਲ ਜੁੜਿਆ, ਇਹ ਜੋ ਹੈ ਉਹਦੇ ਵਿੱਚ ਅਸੀਂ ਇਹ ਵੀ ਦੇਖੇਗਾ ਕਿ ਪ੍ਰਭੂ ਯਿਸੂ ਮਸੀਹ ਦੀ ਮਰੀਅਮ ਦੇ ਕੁੱਖ ਦੇ ਵਿੱਚ ਗਰਭ ਧਾਰਨ, ਇਨਕਾਰਨੇਸ਼ਨ, ਜੋ ਰੋਜ਼ਰੀ ਮਾਲਾ ਦੇ ਪਹਿਲਾ ਭੇਦ ਹੈ। ਬਾਅਦ ਵਿੱਚ ਅਸੀਂ ਸੁਣੇਗਾ ਕਿ ਯਿਸੂ ਮਸੀਹ ਦਾ ਜਨਮ ਬੈਤਲਹਿਮ ਦੇ ਵਿੱਚ ਹੋਇਆ। ਫਿਰ ਖਾਸ ਤੌਰ 'ਤੇ ਅਸੀਂ ਇਹ ਸੁਣੇਗਾ ਕਿ 12 ਸਾਲ ਦੇ ਵਿੱਚ ਪ੍ਰਭੂ ਯਿਸੂ ਨੂੰ ਮੰਦਰ ਦੇ ਵਿੱਚ ਧਰਮ ਗ੍ਰੰਥੀਆਂ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਫਿਰ 3 ਦਿਨਾਂ ਦੇ ਲਈ ਉਹ ਲਾਪਤਾ ਸੀ। ਬਾਅਦ ਵਿੱਚ ਉਹਨੂੰ ਮੰਦਰ ਵਿੱਚੋਂ ਲੱਭਿਆ। ਇਸ ਦੇ ਨਾਲ ਉਸ ਤੋਂ ਬਾਅਦ ਫਿਰ ਅਸੀਂ ਦੇਖੇਗਾ ਕਿ ਪ੍ਰਭੂ ਯਿਸੂ ਮਸੀਹ
ਯਰਦਨ ਦਰਿਆ ਦੇ ਵਿੱਚ ਬਪਤਿਸਮਾ ਲੈਣ ਲਈ ਯੋਹੰਨਾ ਬਪਤਿਸਮਾ ਦੇਣ ਵਾਲੇ ਕੋਲ ਪਹੁੰਚਦਾ ਹੈ। ਉਸ ਤੋਂ ਲੈ ਕੇ ਪ੍ਰਭੂ ਯੀਸ਼ੂ ਦੀ ਜੋ ਪਬਲਿਕ ਲਾਈਫ ਹੈ, ਸ਼ੈਤਾਨ ਦੇ ਨਾਲ ਪਰਖਣ ਤੋਂ ਬਾਅਦ ਸਵਰਗ ਰਾਜ ਦਾ ਐਲਾਨ ਕਰਦੇ ਹੋਏ, ਪਛਤਾਵੇ ਦੇ ਐਲਾਨ ਕਰਦੇ ਹੋਏ ਪ੍ਰਭੂ ਯੀਸ਼ੂ ਮਸੀਹ ਬਿਮਾਰਾਂ ਨੂੰ ਚੰਗਾ ਕੀਤਾ, ਭੂਤਾਂ ਨੂੰ ਕੱਢਿਆ ਅਤੇ ਸਵਰਗ ਰਾਜ ਦੇ ਐਲਾਨ ਕਰਦੇ ਹੋਏ ਲੋਕਾਂ ਨੂੰ ਦੀ ਸੇਵਾ ਵਿੱਚ ਰਹੇ। ਫਿਰ ਅਸੀਂ ਜਲਦੀ ਪਹੁੰਚੇਗਾ ਯੀਸ਼ੂ ਮਸੀਹ ਦੇ ਦੁੱਖ ਭੋਗ ਅਤੇ ਮੌਤ ਪੰਤੀਉਸ ਪਿਲਾਤੁਸ ਦੇ ਕਾਲ ਦੇ ਵਿੱਚ, ਅਤੇ ਫਿਰ ਤੀਸਰੇ ਦਿਨ ਉਸਨੇ ਜੀ ਉੱਠਿਆ ਅਤੇ ਸਵਰਗ ਦੇ ਵਿੱਚ ਛੱਡ ਗਿਆ। ਫਿਰ ਪੰਤਕੁਸਤਾ ਦੇ ਤਿਉਹਾਰ ਤੱਕ ਪਹੁੰਚੇਗਾ। ਅਤੇ ਅਸੀਂ ਇਹਨਾਂ ਸਭ ਦੇ ਬਾਰੇ ਜਦੋਂ ਸੋਚਦੇ ਹਾਂ ਕਿ ਸਿਰਫ ਇਤਨਾ ਹੀ ਨਹੀਂ, ਪ੍ਰਭੂ ਯੀਸ਼ੂ ਮਸੀਹ ਦੇ ਹਿਡਨ ਲਾਈਫ ਹੈ। ਜਨਮ ਲੈਣ ਤੋਂ ਬਾਅਦ ਮਜੂਸ਼ੀ ਨੇ ਪ੍ਰਭੂ ਯੀਸ਼ੂ ਨੂੰ ਦੇਖਣ ਦੇ ਬਾਅਦ, ਹੈਰੋਦੇਸ ਬੱਚਿਆਂ ਦੀ ਕਤਲ ਕਰਨ ਦੇ ਬਾਅਦ ਪ੍ਰਭੂ ਯੀਸ਼ੂ ਮਿਸਰ ਵਿੱਚ ਜਾ ਕੇ ਰਹੇ। ਮਿਸਰ ਦੇਸ਼ ਦੇ ਵਿੱਚ ਉਹ ਵਾਪਸ ਆ ਗਏ, ਯਹੂਦੀਆ ਪਹੁੰਚਿਆ, ਪਰ ਉੱਥੋਂ ਫਿਰ ਗਲੀਲੀਆ ਦੇ ਵਿੱਚ ਪਹੁੰਚਿਆ, ਨਾਸਰਤ ਵਿੱਚ ਜਾ ਕੇ ਰਿਹਾ। ਅਤੇ ਨਾਸਰਤ ਦੇ ਵਿੱਚ ਲੰਮੇ ਸਮੇਂ 12 ਸਾਲ ਦੀ ਉਮਰ ਤੱਕ ਰਹਿਣ ਤੋਂ ਬਾਅਦ ਹੀ ਅਸੀਂ ਦੇਖੇਗਾ ਕਿ ਮੰਦਰ ਦੇ ਵਿੱਚ ਪੇਸ਼ ਹੋਇਆ। ਇਹ 12 ਸਾਲ ਦੀ ਉਮਰ ਤੱਕ ਬਾਕੀਆਂ ਦੇ ਨਾਲ ਹਰ ਸਾਲ ਯਰੂਸ਼ਲਮ ਮੰਦਰ ਜਾਂਦਾ ਸੀ, ਪਰ 12 ਸਾਲ ਵਿਸ਼ੇਸ਼ ਹੈ ਕਿਉਂਕਿ ਉਹੀ समय है यहूदी लड़का बच्चा जो है वो अपने जिम्मेवारी पे अपने धर्म दे ज़िंदगी बिताना शुरू करता है। इसी करके एक पासिंग आउट टेस्ट है, पेपर लिखा है प्रभु यीशु मसीह ने, या जुबानी तौर पर उन्होंने सवाल पूछ के उसकी जवाब दिता है, ਅਤੇ ਇਸੇ ਕਰਕੇ 12 ਸਾਲ ਦੀ ਖਾਸ ਲਿਖਿਆ ਹੈ। ਪਰ ਇਹ 12 ਸਾਲ ਤੱਕ ਵੀ ਅਤੇ 12 ਤੋਂ ਲੈ ਕੇ 30 ਸਾਲ ਦੀ ਉਮਰ ਤੱਕ ਵੀ ਪ੍ਰਭੂ ਯੀਸ਼ੂ ਮਸੀਹ ਦੇ ਜੀਵਨ ਜੋ ਹੈ ਇਹ ਇਸ ਨੂੰ ਅਸੀਂ ਕਹਿੰਦਾ ਹੈ ਹਿਡਨ ਲਾਈਫ ਹੈ। ਇਹਦੇ ਬਾਰੇ ਅੰਜੀਲ ਨਹੀਂ ਸਾਨੂੰ ਕਹਿੰਦਾ ਹੈ। ਇਹਦੇ ਬਾਰੇ ਕਈ ਹੋਰ ਲੋਕਾਂ ਦੇ ਕੋਲੋਂ ਜੋ ਕੁਛ ਅਪੋਕ੍ਰਿਫਲ ਰਾਈਟਿੰਗਸ ਵਗੈਰਾ ਜੋ ਹੈ ਉਹਦੇ ਰਾਹੀਂ ਅਸੀਂ ਸੁਣਦੇ ਹਾਂ ਕਿ ਪ੍ਰਭੂ ਯੀਸ਼ੂ ਮਸੀਹ ਬਾਲਕ ਬਣ ਕੇ ਨਾਸਰਤ ਦੇ ਵਿੱਚ ਕਿੱਦਾਂ ਰਿਹਾ। ਪਵਿੱਤਰ ਵਚਨ ਸਾਨੂੰ ਸਿਰਫ ਇਹ ਦੱਸੇਗਾ ਉਹ ਆਗਿਆਕਾਰ ਰਹੇ ਆਪਣੇ ਮਾਤਾ ਪਿਤਾ ਦੀ। ਅਤੇ ਇਹ ਹੈ ਜੋ ਗੱਲਾਂ ਅਸੀਂ ਸਮਝਣਾ ਹੈ। ਪ੍ਰਭੂ ਯੀਸ਼ੂ ਮਸੀਹ ਦੇ ਜੀਵਨ ਦੇ ਵਿੱਚ ਜੋ ਕੁਛ ਵੀ ਹੋਇਆ ਹੈ ਜਾਂ ਜੋ ਕੁਛ ਉਸਨੇ ਕੀਤਾ ਹੈ ਉਹ ਸਭ ਸਾਡੀ ਮੁਕਤੀ ਦੇ ਲਈ ਹੀ ਕੀਤਾ ਹੈ। ਯੀਸ਼ੂ ਮਸੀਹ ਨੇ ਜੋ ਸਾਡੀ ਮੁਕਤੀ ਦੇ ਲਈ ਕੀਤਾ, ਇਹ ਸਭ ਉਹ ਖੁਦਾ ਬਾਪ ਦੀ ਮਰਜ਼ੀ ਦੀ ਪਾਲਣਾ ਕਰਦੇ ਹੋਏ ਕੀਤਾ। ਮੇਰੇ ਪਿਤਾ ਦੀ ਮਰਜ਼ੀ ਦੀ ਪਾਲਣਾ ਕਰਨਾ ਹੀ ਮੇਰੇ ਲਈ ਖੁਸ਼ੀ ਹੈ, ਪ੍ਰਭੂ ਯੀਸ਼ੂ ਨੇ ਕਿਹਾ। ਤੋ ਯੀਸ਼ੂ ਮਸੀਹ ਨੇ ਜੋ ਪ੍ਰਚਾਰ ਕੀਤਾ ਹੈ ਉਹ ਸਾਡੀ ਮੁਕਤੀ ਦੇ ਲਈ ਹੈ। ਉਹ ਜਿਹੜਾ ਅਦਭੁਤ ਕੰਮ ਕੀਤਾ, ਚਮਤਕਾਰ ਕੀਤਾ, ਰੋਟੀ ਬਣਾ ਕੇ 5000 ਨੂੰ 7000 ਨੂੰ ਖਵਾਇਆ, ਪਾਣੀ ਉੱਤੇ ਚੱਲ ਕੇ ਤੂਫਾਨ ਨੂੰ ਸ਼ਾਂਤ ਕੀਤਾ, ਪੱਥਰਸ ਨੂੰ ਬੋਲਾ ਜਾਲ ਸੁੱਟ ਦੋ ਅਤੇ ਬਹੁਤ ਸਾਰੇ ਮੱਛੀਲੇ ਆ ਗਏ, ਲੰਗੜੇ ਨੂੰ ਚੰਗਾ ਕੀਤਾ, ਆਨੇ ਨੂੰ ਸੁਜਾਖਾ ਕੀਤਾ, ਦੇਖੋ, ਅਤੇ ਅਧਰੰਗੀ ਨੂੰ ਹੀ ਕੀਤਾ। ਜਦੋਂ ਪ੍ਰਭੂ ਇਹ ਸਭ ਕੁਝ ਕਰਦਾ ਹੈ, ਪ੍ਰਭੂ ਯੀਸ਼ੂ ਕਦੀ ਆਪਣੀ ਮਹਿਮਾ ਜਾਂ ਆਪਣੇ ਵਾਸਤੇ ਕੁਝ ਕੀਤਾ ਨਹੀਂ। ਹਮੇਸ਼ਾ ਇੱਕ ਹੀ ਚੀਜ਼ ਹੈ, खुदा दे राज सब लोगों तक पहुँचाना है। खुदा दे राज सब लोगों तक पहुँचाना है, सबनों इस विच शामिल कराना है। इसी करके चेलियां नूं जो प्रभु यीशु नूं लभ रहा सी ते कहा, प्रभु जी तुसीं इत्थे कदों है आया, असीं तुहानूं लभ रहा सी। तो प्रभु कहणगे तुसीं क्यों मैनूं लभ रहे हो, मैनूं होर भी सारे जगह जाना है यीशु समाचार की घोषणा करन लई। यहूदियां कोल कल दिता गया सी ਅਤੇ ਜਿਨ੍ਹਾਂ ਖੁਦਾ ਦੀ ਵਚਨ ਸੁਣ ਕੇ ਵਿਸ਼ਵਾਸ ਦੇ ਵਿੱਚ ਆਏ, ਉਹਨਾਂ ਦੇ ਜ਼ਰੀਏ ਸਾਰੇ ਦੁਨੀਆ ਤੱਕ ਜਾਣ ਲਈ ਪ੍ਰਭੂ ਯੀਸ਼ੂ ਮਸੀਹ ਦੇ ਜੀ ਉੱਠਣ ਦੇ ਬਾਅਦ ਪ੍ਰਭੂ ਚੇਲਿਆਂ ਨੂੰ ਕਿਹਾ, ਹੁਣ ਜਾਓ ਸਾਰੇ ਸੰਸਾਰ ਦੇ ਵਿੱਚ। ਤਦ ਤੱਕ ਪ੍ਰਭੂ ਯੀਸ਼ੂ ਕਿਹਾ ਸੀ ਕਿ ਮੈਂ ਤਾਂ ਇਸਰਾਏਲ ਵਾਸਤੇ ਕੱਲ ਦਿੱਤਾ ਗਿਆ ਸੀ। ਭਾਵੇਂ ਪ੍ਰਭੂ ਯੀਸ਼ੂ ਨੂੰ ਸਾਰੇ ਮਾਨਵ ਜਾਤੀ ਦੇ ਲਈ ਕੱਲ ਦਿੱਤਾ ਗਿਆ ਸੀ, ਪਰ ਉਹ ਇਸ ਤਰੀਕੇ ਦੇ ਨਾਲ ਹੈ
ਪਹਿਲੇ ਆ ਕੇ ਮੁਕਤੀ ਦਾ ਕੰਮ ਪੂਰਾ ਕਰਨਾ, ਉਸ ਤੋਂ ਬਾਅਦ ਉਸ ਮੁਕਤੀ ਨੂੰ ਦੁਨੀਆ ਦੇ ਅੰਤ ਤੱਕ ਪਹੁੰਚਾਉਣਾ। ਇਸੇ ਕਰਕੇ ਯਿਸੂ ਮਸੀਹ ਦੇ ਹਰ ਗੱਲਾਂ ਉੱਤੇ, ਹਰ ਕੰਮ ਦੇ ਉੱਤੇ ਪ੍ਰਭੂ ਯਿਸੂ ਦੇ ਸਾਰਾ ਜੀਵਨ ਜਿਹੜੀ ਹੈ ਉਹ ਅਸਲ ਵਿੱਚ ਭੇਦ ਹੈ, ਮੁਕਤੀ ਦਾ ਭੇਦ ਹੈ। ਹਰ ਕੰਮ ਇਸ ਨੂੰ ਬੋਲਦਾ ਹੈ ਇੱਕ ਰੀਕੈਪੀਟੂਲੇਸ਼ਨ, ਯਾਨੀ ਆਦਿ ਵਿੱਚ ਸ੍ਰਿਸ਼ਟੀ ਕਰਨ ਦੇ ਬਾਅਦ ਆਦਮ ਅਤੇ ਹਵਾ ਨੂੰ ਖੁਦਾ ਨੇ ਆਪਣੇ ਸਰੂਪ ਉੱਤੇ ਬਣਾਇਆ ਹੈ। ਜੋ ਕੁਛ ਵੀ ਆਦਮ ਅਤੇ ਹਵਾ ਨੇ ਗਵਾਇਆ ਹੈ, ਜੋ ਕੁਛ ਵੀ ਉਹਨਾਂ ਨੇ ਆਪਣੇ ਅਗਿਆਨ ਦਾ ਕਾਰਨ, ਅਨਆਗਿਆਕਾਰ ਰਹਿਣ ਦੇ ਕਾਰਨ ਜੋ ਕੁਛ ਵੀ ਉਹਨੇ ਖੋਇਆ ਹੈ, ਉਹ ਸਭ ਪ੍ਰਭੂ ਯਿਸੂ ਦੇ ਨਾਲ ਮਾਂ ਮਰੀਅਮ ਇਹ ਸਭ ਕੁਛ ਨੂੰ ਵਾਪਸ ਲਿਆਉਂਦਾ ਹੈ, ਸਭ ਕੁਛ ਨੂੰ ਵਾਪਸ ਮੁੜ ਕੇ ਬਹਾਲ ਕਰਦਾ ਹੈ। ਇਹ ਹੈ ਰੀਕੈਪੀਟੂਲੇਸ਼ਨ ਦਾ ਮਤਲਬ। ਦੁਬਾਰਾ ਉਹੀ ਚੀਜ਼ ਜੋ ਉੱਥੇ ਹੋਇਆ, ਜੋ ਸਹੀ ਹੋਣਾ ਸੀ, ਇੱਥੇ ਹੁੰਦਾ ਹੈ। ਉੱਥੇ ਜੇ ਸਹੀ ਹੁੰਦਾ ਤਾਂ ਫਿਰ ਇੱਥੇ ਇਹ ਕਰਨ ਦੀ ਜ਼ਰੂਰਤ ਨਹੀਂ ਪੈਣਾ ਸੀ, ਪਰ ਉੱਥੇ ਹੋਇਆ ਨਹੀਂ ਸਹੀ, ਇਸੇ ਕਰਕੇ ਉਹੀ ਚੀਜ਼ ਨੂੰ। ਤੇ ਇਸ ਕਰਕੇ ਸਪਸ਼ਟ ਤੌਰ 'ਤੇ ਅਸੀਂ ਇਹ ਦੇਖ ਸਕਦੇ ਹਾਂ ਕਿ ਜੋ ਐਦਮ ਬਾਗ ਦੇ ਵਿੱਚ ਜੋ ਲੱਕੜ ਹੈ, ਦਰਖਤ ਹੈ, ਦਰਖਤ ਉੱਤੇ ਟੰਗਿਆ ਹੋਇਆ ਹੈ ਸੱਪ, ਅਤੇ ਸੱਪ ਨੇ ਆਵਾਜ਼ ਦਿੱਤਾ। ਜਿਹੜਾ ਫਲ ਖੁਦਾ ਨੇ ਮਨਾ ਕੀਤਾ ਸੀ ਉਹ ਖਾਣ ਦੇ ਲਈ, ਸੱਪ ਦੀ ਫਲ ਹੈ। ਉੱਥੇ ਅਸੀਂ ਆਦਮੀ ਅਤੇ ਔਰਤ ਨੂੰ ਦੇਖਦੇ ਹਾਂ ਜੋ ਉੱਥੇ ਖੜੇ ਦਰਖਤ ਵੱਲ ਦੇਖਦਾ ਹੈ, ਉਹਦੇ ਫਲ ਦੇਖਦਾ ਹੈ ਅਤੇ ਉੱਥੇ ਟੰਗਿਆ ਸ਼ੈਤਾਨ ਨੂੰ ਦੇਖਦਾ ਹੈ। ਬਾਅਦ ਵਿੱਚ ਅਸੀਂ ਦੇਖੇਗਾ ਜਦੋਂ ਇਸਰਾਏਲੀ ਲੋਕ ਖੁਦਾ ਦੀ ਆਗਿਆ ਨੂੰ ਭੰਗ ਕਰਕੇ, ਤੋੜ ਕੇ, ਅਨਆਗਿਆਕਾਰ ਰਿਹਾ, ਖੁਦਾ ਦੀ ਆਗਿਆ ਦੀ ਉਲੰਘਣਾ ਕੀਤੀ, ਤਦ ਸਾਂਭ ਨੇ ਸੱਪ ਲੜਨ ਲੱਗੇ। ਸਭ ਲੋਕਾਂ ਨੇ ਪੁਕਾਰਿਆ, ਸਾਨੂੰ ਬਚਾਓ। ਮੂਸਾ ਨੇ ਪੁਕਾਰਿਆ ਪ੍ਰਭੂ ਦੇ ਅੱਗੇ। ਪ੍ਰਭੂ ਨੇ ਬੋਲਾ ਇੱਕ ਲੱਕੜ ਉੱਤੇ ਸੱਪ ਦੇ ਖੜਾ ਕਰ ਲਓ। ਜੋ ਕੋਈ ਵੀ ਸੱਪ ਦੇ ਜ਼ਹਿਰ ਦੇ ਨਾਲ ਲੜਿਆ ਗਿਆ ਹੈ, ਜੋ ਕੋਈ ਵੀ ਇਸ ਕਹੇ ਦੇ ਸੱਪ ਵੱਲ ਦੇਖੇਗਾ, ਵਿਸ਼ਵਾਸ ਦੇ ਨਾਲ ਦੇਖੇਗਾ, ਉਹ ਬਚ ਜਾਏਗਾ। ਅਤੇ ਇਸੇ ਤਰ੍ਹਾਂ ਇਸਰਾਏਲੀਆਂ ਨੇ ਬਚ ਗਿਆ। ਅਤੇ ਕਹੇ ਦੇ ਸੱਪ ਲੱਕੜ ਉੱਤੇ ਟੰਗਿਆ ਹੋਇਆ। ਪ੍ਰਭੂ ਯਿਸੂ ਮਸੀਹ ਯੋਹੰਨਾ ਦੇ 3 ਬਾਬ ਦੇ ਵਿੱਚ ਇਹਦੇ ਬਾਰੇ ਕਹਿਣਗੇ, ਜਿਸ ਤਰ੍ਹਾਂ ਮੂਸਾ ਨੇ ਕਹੇ ਦੇ ਸੱਪ ਨੂੰ ਖੜਾ ਕੀਤਾ ਸੀ, ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਵੀ ਉੱਚਾ ਕੀਤਾ ਜਾਵੇਗਾ। ਕਿੱਥੇ ਉੱਚਾ ਹੋ ਗਿਆ? ਕਾਲਵਰੀ ਪਹਾੜ ਉੱਤੇ ਪ੍ਰਭੂ ਯਿਸੂ ਮਸੀਹ ਵੀ ਇੱਕ ਲੱਕੜ ਉੱਤੇ, ਯਾਨੀ ਇੱਕ ਦਰਖਤ ਉੱਤੇ, ਜੋ ਗੈਤਸਮਨ ਬਾਗ ਦੇ ਵਿੱਚ ਲੱਕੜ ਉੱਤੇ ਟੰਗਿਆ ਹੋਇਆ ਸੱਪ, ਜੇਕਰ ਪਾਪ ਦੇ ਫਲ ਆਦਿ ਮਾਤਾ ਪਿਤਾ ਨੇ ਦਿੱਤਾ ਹੈ, ਅੱਗੇ ਆਉਣ ਵਾਲੀ ਮੁਕਤੀ ਦੇ ਫਲ, ਇਸ ਤੋਂ ਬਾਅਦ ਨਿਸ਼ਾਨੀ ਵਜੋਂ ਖੁਦਾ ਨੇ ਕਹੇ ਦੇ ਸੱਪ ਨੂੰ ਲੱਕੜ ਉੱਤੇ ਲਟਕਾ ਕੇ ਉਸ ਵੱਲ ਦੇਖਣ ਦੇ ਰਾਹੀਂ ਸੱਪ ਦੀ ਜ਼ਹਿਰ, ਪਾਪ ਦੀ ਫਲ ਤੋਂ ਉਹਨਾਂ ਨੇ ਛੁਟਕਾਰਾ ਦਿੱਤਾ, ਮਾਫੀ ਦਿੱਤੀ। ਇਸੇ ਕਰਕੇ ਉਹ ਬਚ ਗਏ। ਇसी तरह यीशु मसीह जो सूली उत्ते टंगिया होया है, तो ये कहे दे सप जो टंगिया है उसकी वो प्रतीक बनिया है। प्रभु यीशु कहता है उसी तरह मनुख दा पुत्र टंगिया जाएगा। जो विश्वास दे नाल इस नूं देखेगा, जेकर कहे दे सप वल देखे, लोग पाप तो मुक्ति पाया, जीवन पाया, मौत तो बच गए। हुण सिर्फ शारीरिक मौत तो नहीं, सगों पाप दी फल मौत तो बचन दे लई एक ही रास्ता है, वो है सूली उत्ते टंगिया होया मनुख दा पुत्र यीशु मसीह। जो सपने आदि का समय दी दरख्त तो पाप नूं ये लेकर आया, उसी चीज़ नूं इस्तेमाल करके खुदा हुण कलवरी पहाड़ उत्ते एक दरख्त तो जीवन दा फल मुक्ति लेकर आउंदा है। जो मौत लेकर आया उसके बदले
ਜੀਵਨ ਉਸੇ ਚੀਜ਼ ਤੋਂ ਲਿਆਉਂਦਾ। ਇਸ ਇਹ ਕਹਿੰਦਾ ਰੀਕੈਪੀਟੂਲੇਸ਼ਨ ਆਫ ਐਵਰੀ। ਤਾਂ ਜੋ ਕੁਝ ਵੀ ਹੋਇਆ ਹੈ ਜੋ ਨਹੀਂ ਹੋਣਾ ਚਾਹੀਦਾ ਸੀ, ਉਹਨਾਂ ਸਭ ਨੂੰ ਕਰੈਕਟ ਕੀਤਾ, ਉਹਨੂੰ ਗਲਤ ਨੂੰ ਸਹੀ ਕਰਕੇ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਆਇਆ। ਤਾਂ ਇਸੇ ਕਰਕੇ ਅਸੀਂ ਸਮਝਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਜੀਵਨ ਦੀ ਸਾਰਾ ਕੁਝ ਸਾਰਾ ਵਿਸ਼ਵਾਸ ਦੀ ਭੇਦ ਦੇ ਵਿੱਚ ਲੱਗਾ ਹੁਆ ਹੈ। ਇਹ ਸਾਡੀ ਮੁਕਤੀ ਦੇ ਲਈ ਹੈ। ਇਹਨਾਂ ਦੇ ਉੱਤੇ ਮਨਨ ਚਿੰਤਨ ਕਰਨਾ ਸਾਡੀ ਜ਼ਿੰਮੇਵਾਰੀ ਹੈ। ਅਤੇ ਉਸੇ ਦੇ ਰਾਹੀਂ ਜਿਤਨਾ ਅਸੀਂ ਇਹਨਾਂ ਦੇ ਉੱਤੇ ਮਨਨ ਚਿੰਤਨ ਕਰੋਗੇ, ਜਿਤਨਾ ਅਸੀਂ ਇਹਨਾਂ ਦੇ ਉੱਤੇ ਮੈਡੀਟੇਟ ਕਰੋਗੇ, ਉਹਦੇ ਮੁਤਾਬਿਕ ਉਹਦੇ ਫਲ ਸਾਨੂੰ ਮਿਲੇਗਾ। ਜਿਵੇਂ ਕਿਸੇ ਦੇ ਸੱਪ ਨੂੰ ਵੇਖਣ ਦੇ ਰਾਹੀਂ ਉਹਨਾਂ ਨੂੰ ਜੀਵਨ ਮਿਲਿਆ ਹੈ, ਇਸੇ ਤਰ੍ਹਾਂ ਯਿਸੂ ਜੋ ਸੂਲੀ ਉੱਤੇ ਟੰਗਿਆ ਹੋਇਆ ਹੈ ਉਸ ਨੂੰ ਵੇਖਣ ਦੇ ਰਾਹੀਂ ਅਸੀਂ ਜੀਵਨ ਪ੍ਰਾਪਤ ਕਰੇਗਾ ਵਿਸ਼ਵਾਸ ਨਾਲ। ਇਸੇ ਕਰਕੇ ਜੋ ਕਰੂਸੀਫਿਕਸ ਹੈ, ਸਲੀਬ ਜੋ ਕਾਲਵਰੀ ਪਹਾੜ ਉੱਤੇ ਹੈ, ਜਿੱਥੇ ਪ੍ਰਭੂ ਯਿਸੂ ਟੰਗਿਆ ਹੋਇਆ ਹੈ, ਭਾਵੇਂ ਉਸ ਉੱਤੇ ਉਹ ਕੁਰਬਾਨ ਹੋਇਆ, ਮਰ ਗਿਆ, ਮਰਿਆ ਹੋਇਆ ਪ੍ਰਭੂ ਯਿਸੂ ਦਾ ਸਰੀਰ ਉੱਥੇ ਹੈ, ਪਰ ਉਸ ਵੱਲ ਜੋ ਪਛਤਾਵੇ ਦੇ ਨਾਲ ਦੇਖਦਾ ਹੈ ਉਹ ਆਪਣੇ ਪਾਪ ਤੋਂ ਮੁਕਤੀ ਪ੍ਰਾਪਤ ਕਰਨਗੇ ਅਤੇ ਮੁਕਤੀ ਦੇ ਜੀਵਨ ਫਿਰ ਅੱਗੇ ਉਹਨੂੰ ਬਿਤਾਉਣਾ ਹੈ, ਚਲਾਉਣਾ ਹੈ। ਇਹ ਜ਼ਰੂਰੀ ਹੈ। ਉਹ ਸ਼ੁਰੂਆਤ ਇੱਥੇ ਹੁੰਦਾ ਹੈ ਉੱਥੇ। ਤੋਂ ਜੋ ਐਦਨ ਬਾਗ ਦੇ ਵਿੱਚ ਹੋਇਆ, ਜੋ ਮਾਰੂਥਲ ਥਾਵਾਂ ਵਿੱਚ ਮੂਸੇ ਦੇ ਸਮੇਂ ਦੇ ਵਿੱਚ ਹੋਇਆ, ਉਹੀ ਚੀਜ਼ ਖੁਦਾ ਨਵੇਂ ਨੇਮ ਦੇ ਵਿੱਚ ਕਾਲਵਰੀ ਪਹਾੜ 'ਤੇ ਪ੍ਰਭੂ ਯਿਸੂ ਨੂੰ ਸਾਡੇ ਸਾਹਮਣੇ ਪੇਸ਼ ਕਰਦੇ ਹੋਏ ਦੁਨੀਆ ਦੇ ਵਿੱਚ ਪਾਪ ਦੇ ਨਾਲ ਜੋ ਬੁਰਾਈ ਦੇ ਵਿੱਚ ਫਸਿਆ ਹੋਇਆ ਇਨਸਾਨ, ਪਾਪ ਦੇ ਫਲ ਮੌਤ ਵੱਲ ਚੱਲਣ ਵਾਲਾ, ਸ਼ੈਤਾਨ ਦੇ ਗੁਲਾਮ ਹੋਣ ਵਾਲਾ, ਹਰੇਕ ਦੇ ਨਸ਼ੇ ਦੇ ਆਦੀ ਹੋਣ ਵਾਲਾ, ਹਰੇਕ ਦੇ ਲਈ ਇਹ ਇਲਾਜ ਹੈ। ਆਪਣੇ ਪਾਪਾਂ ਦੇ ਲਈ ਪਛਤਾ ਕੇ ਯਿਸੂ ਵੱਲ, ਮੁਕਤੀ ਵੱਲ, ਸੂਲੀ ਉੱਤੇ ਟੰਗਿਆ ਹੋਇਆ ਪ੍ਰਭੂ ਯਿਸੂ ਵੱਲ ਧਿਆਨ ਲਵੋ। ਉਸ ਦੇ ਸੂਲੀ ਦੇ ਥੱਲੇ ਖੜੀ ਮਰੀਅਮ ਨੂੰ ਯਾਦ ਕਰੋ। ਉਸ ਦਰਖਤ ਦੇ ਥੱਲੇ ਖੜੀ ਸੀ ਹਵਾ, ਜਿਹਦੇ ਰਾਹੀਂ ਪਾਪ ਆ ਗਿਆ। ਹੁਣ ਇਸ ਦਰਖਤ ਦੇ ਥੱਲੇ ਖੜੀ ਹੈ ਮਰੀਅਮ ਅਤੇ ਸਾਡੇ ਨੁਮਾਇੰਦੇ ਚੇਲੇ ਲੋਕ, ਆਦਮੀਆਂ ਅਤੇ ਔਰਤਾਂ, ਕੁਝ ਵਿਸ਼ਵਾਸੀ ਲੋਕ ਵੀ ਉੱਥੇ ਖੜੇ ਨੇ। ਉਹਨਾਂ ਦੇ ਜੀਵਨ ਦੇ ਬਾਰੇ ਮਨਨ ਚਿੰਤਨ ਕਰਨਾ ਵਿਸ਼ਵਾਸ ਨਾਲ, ਉਹ ਸਾਡੇ ਪਾਪਾਂ ਦੇ ਲਈ ਇਲਾਜ ਹੈ, ਸਾਡੀ ਕਮੀ ਦੇ ਲਈ ਇਲਾਜ ਹੈ, ਸਾਡੀ ਬਿਮਾਰੀਆਂ ਦੇ ਲਈ ਇਲਾਜ ਹੈ। ਇਹ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਅਸੀਂ ਪ੍ਰਭੂ ਯਿਸੂ ਮਸੀਹ ਦੇ ਪਾਕ ਸਲੀਬ ਦੀ ਤਿਉਹਾਰ ਮਨਾਉਂਦੇ ਹਾਂ। ਆਵਰ ਲੇਡੀ ਆਫ ਸੋਰੋਸ, ਮਾਂ ਮਰੀਅਮ ਜੋ ਦੁਖੀ ਹਿਰਦੇ ਦੇ ਨਾਲ ਕਾਲਵਰੀ ਪਹਾੜ 'ਤੇ ਖੜੀ ਹੈ, ਉਸ ਮਾਂ ਦੇ ਬਾਰੇ ਵਿਚਾਰ ਕਰਨਾ ਜੋ ਆਪਣੇ ਬੇਟੇ ਦੇ ਨਾਲ ਖੁਦਾ ਬਾਪ ਦੇ ਕੇ ਸਾਰੇ ਮਾਨਵ ਜਾਤੀ ਦੇ ਲਈ ਆਪਣੇ ਬੇਟੇ ਦੇ ਕੁਰਬਾਨੀ ਦੇ ਵਿੱਚ ਆਤਮਿਕ ਤੌਰ 'ਤੇ, ਸਰੀਰਕ ਤੌਰ 'ਤੇ ਉਹ ਸ਼ਾਮਲ ਹੋਏ। ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਦੀ ਕੁਰਬਾਨੀ ਮਰੀਅਮ ਖੁਦਾ ਬਾਪ ਦੇ ਕੇ ਚੜਾਉਂਦੀ ਹੈ। ਅਤੇ ਇਸੇ ਤਰ੍ਹਾਂ ਹੀ ਹੈ ਜੋ ਮੁਕਤੀ ਦੀਆਂ ਭੇਦਾਂ ਜੋ ਅਸੀਂ ਵਿਚਾਰ ਕਰਦੇ ਹਾਂ, ਇਹ ਸਭ ਸਾਡੇ ਸਾਹਮਣੇ ਇਸੇ ਤਰ੍ਹਾਂ ਜੋ ਅਲਾਈਵ, ਜੋ ਜੀਵਤ ਹੋ ਕੇ ਸਾਡੇ ਸਾਹਮਣੇ ਆਉਣਗੇ, ਜੋ ਸਾਡੇ ਜੀਵਨ ਨੂੰ ਪ੍ਰਭਾਵਸ਼ਾਲੀ ਕਰਨਗੇ, ਆਤਮੀ ਜੀਵਨ ਦੀ ਉન્નਤੀ ਹੋਵੇਗਾ। ਅਤੇ ਕਲੀਸਿਆ ਦੇ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਪ੍ਰਭੂ ਨੇ ਕਲੀਸਿਆ ਦੇ ਰਾਹੀਂ ਇਹ ਸਭ ਕੁਝ ਸਾਡੇ ਸਮੇਂ ਤੱਕ ਲਿਖ ਕੇ ਰੱਖਾ ਹੈ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹਨਾਂ ਦੇ ਵੱਲ ਵਿਚਾਰ ਕਰੀਏ ਅਤੇ ਇਸ ਦੇ ਮੁਤਾਬਿਕ ਜੀਉਣ ਲਈ ਮਸੀਹ ਦੇ ਨਾਲ ਇੱਕ ਹੋ ਕੇ ਜੀਉਣ ਲਈ ਕੋਸ਼ਿਸ਼ ਕਰੀਏ। ਇਸੇ ਤਰ੍ਹਾਂ ਸਾਡਾ ਜੀਵਨ ਖੁਦਾ ਦੇ ਵਿੱਚ, ਯਿਸੂ ਮਸੀਹ ਦੇ ਵਿੱਚ ਗੁਪਤ ਹੈ। ਮੈਂ ਨਹੀਂ ਹਾਂ, ਸੰਤ ਪੌਲਸ ਜਦੋਂ ਕਹਿੰਦਾ ਹੁਣ ਤੋਂ ਮੈਂ ਨਹੀਂ ਹਾਂ, ਯਿਸੂ ਮਸੀਹ ਮੇਰੇ ਵਿੱਚ ਜਿੰਦਾ ਹੈ। ਅਤੇ ਇਸੇ ਤਰ੍ਹਾਂ ਮਸੀਹ ਸਾਡੇ ਵਿੱਚ ਜੀਵਿਤ ਰਹਿਣਾ ਚਾਹੀਦਾ। ਇਹ ਮਨ ਚਿੰਤਨ ਸਾਡੀ ਸਹਾਇਤਾ ਕਰਨਗੇ। ਆਓ ਅਸੀਂ ਪ੍ਰਾਰਥਨਾ ਕਰੀਏ। ਪਿਆਰੇ ਪ੍ਰਭੂ ਜੀ, ਅਸੀਂ ਧੰਨਵਾਦ ਅਤੇ ਸ਼ੁਕਰ ਕਰਦੇ ਹਾਂ ਮੁਕਤੀ ਦੀਆਂ ਭੇਦਾਂ, ਵਿਸ਼ੇਸ਼ ਤੌਰ 'ਤੇ ਮਾਂ ਮਰੀਅਮ ਦੀ ਜੋ ਯੋਗਦਾਨ ਹੈ ਸਾਡੀ ਮੁਕਤੀ ਦੇ ਲਈ। ਪ੍ਰਭੂ ਯਿਸੂ ਮਸੀਹ ਨੇ ਜੋ ਸਾਡੇ ਮੁਕਤੀ ਨੂੰ
ਸੰਪੂਰਨ ਤੌਰ 'ਤੇ ਸਾਨੂੰ ਦਿੱਤਾ ਹੈ ਆਪਣੀ ਜੀਵਨ ਦੀ ਕੁਰਬਾਨੀ ਦੇ ਰਾਹੀਂ, ਅਤੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਵਾਪਰਿਆ ਹੈ ਉਹਨਾਂ ਸਭ ਨੂੰ ਸਾਡੇ ਮੁਕਤੀ ਦੇ ਲਈ ਉਹਨੇ ਪੇਸ਼ ਕੀਤਾ। ਇਹਨਾਂ ਵੱਲ ਧਿਆਨ ਲਗਾਉਣ ਲਈ, ਪਵਿੱਤਰ ਵਚਨ ਪੜ੍ਹਨ ਦੇ ਲਈ, ਅਤੇ ਇਸੇ ਤਰ੍ਹਾਂ ਖੁਦਾ ਤੋਂ ਮਿਲਣ ਵਾਲੀ ਇਸ ਮੁਕਤੀ ਨੂੰ ਸਵੀਕਾਰ ਕਰਨ ਦੇ ਲਈ ਸਾਨੂੰ ਯੋਗ ਬਣਾ ਦੇ। ਅਤੇ ਜੋ ਵੀ ਸਾਡੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਹੈ, ਜਿਵੇਂ ਕਿਸੇ ਦੇ ਸੱਪ ਨੂੰ ਵੇਖੇ ਸੱਪ ਤੋਂ ਲੜੇ, ਜ਼ਹਿਰ ਤੋਂ ਬਚ ਕੇ ਇਸਰਾਏਲੀਆਂ ਨੇ ਅੱਗੇ ਚੱਲ ਪਿਆ, ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਪਾਪ ਦੀ ਜ਼ਹਿਰ ਜੋ ਸਾਡੇ ਵਿੱਚ ਹੈ, ਇਸ ਤੋਂ ਬਚਣ ਦੇ ਲਈ ਸੂਲੀ ਉੱਤੇ ਖੜੇ ਲਟਕਾਏ ਹੋਏ ਪ੍ਰਭੂ ਯੀਸ਼ੂ ਵੱਲ ਧਿਆਨ ਲਾਉਣ ਦੇ ਲਈ ਪ੍ਰਭੂ ਜੀ ਸਾਨੂੰ ਹਿੰਮਤ ਦੇ, ਅਤੇ ਉਸ ਪਵਿੱਤਰ ਕਰੂਸੀਫਿਕਸ ਜਿੱਥੇ ਪ੍ਰਭੂ ਯੀਸ਼ੂ ਟੰਗਾ ਹੈ ਉਹ ਸਾਡੇ ਜੀਵਨ ਦੀ ਪਰਿਵਾਰ ਦੀ ਇੱਕ ਹਿੱਸਾ ਬਣੇ। ਉਸ ਵੱਲ ਧਿਆਨ ਲਗਾਉਣ ਲਈ, ਬੜੇ ਪਿਆਰ ਦੇ ਨਾਲ ਉਹਦਾ ਧੰਨਵਾਦ ਕਰਨ ਦੇ ਲਈ ਪ੍ਰਭੂ ਜੀ ਸਾਡੀ ਮਦਦ ਕਰਨ। ਇਸੇ ਤਰ੍ਹਾਂ ਸਾਡੇ ਜੀਵਨ ਤੇਰੇ ਪਵਿੱਤਰਤਾ ਨਾਲ ਭਰਪੂਰ ਹੋਵੇ, ਬੁਰਾਈ ਤੋਂ ਬਚ ਕੇ ਰਹੇ, ਸ਼ੈਤਾਨੀ ਤਾਕਤਾਂ ਦੇ ਵਿੱਚੋਂ ਅਸੀਂ ਬਚੇ ਰਹੇ, ਅਤੇ ਇਸੇ ਤਰ੍ਹਾਂ ਅਸੀਂ ਤੇਰੇ ਬੱਚੇ ਬੇਟੇ ਬੇਟੀਆਂ ਬਣ ਕੇ ਆਨੰਦਮਈ ਜੀਵਨ ਬਿਤਾ ਸਕੇ। ਅਸੀਂ ਇਹ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪੂਰੀ ਕੁਦਰਤ ਵਾਲੇ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ, ਆਮੀਨ। ਜੈ ਯਿਸੂ ਕੀ